ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਨੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਫਰੋਮ ਪੰਜਾਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ? ਠੀਕ ਠਾਕ ਹੋ? ਬੜੀ ਕਿਰਪਾ ਜੀ, ਤੁਸੀਂ ਸੁਣਾਓ। ਸਿੱਧੂ ਛਾਏ ਪਏ ਨੇ? ਹਾਂਜੀ, ਸਿੱਧੂ ਹੋਈ ਪਈ ਚਾਰ ਸਵੇਰੇ ਜੀ। ਤੇ ਸਿੱਧੂਆਂ ਦੇ ਸਿੰਘ ਵੀ ਫਸ ਗਏ। ਬਿਲਕੁਲ ਜੀ, ਬਿਲਕੁਲ। ਨਵਜੋਤ ਸਿੰਘ ਸਿੱਧੂ ਦੇ ਸ਼ਾਨ ਦਾ ਜਿਹੜੇ ਸਲਾਹਕਾਰ ਨੇ ਮਾਲਵਿੰਦਰ ਸਿੰਘ ਮਾਲੀ ਨੇ ਕੈਪਟਨ ਨੂੰ ਆੜੇ ਹੱਥੀ ਲਿਆ ਹੈ। ਕਾਫੀ ਸਿੰਘ ਫਸੇ ਨੇ ਕਿਉਂਕਿ ਇਹਦੀ ਆਪਣੀ ਜਿਹੜੀ ਬੈਕਗਰਾਉਂਡ ਵੀ ਹੈ, ਔਰ ਦੂਜੇ ਪਾਸੇ ਜਿਹੜਾ ਇੱਕ ਪੁਲਿਸ ਦਾ ਸਾਬਕਾ ਅਫਸਰ ਆ ਉਹਦੀਆਂ ਵੀ ਵਧੀਕੀਆਂ। ਵੈਸੇ ਸੁਣਿਆ ਸੀ ਨਾ ਉਹਦਾ ਪਹਿਲਾਂ, ਦਿਮਾਗ 'ਚ ਆਉਂਦਾ ਸੀ ਕੀ ਕਰੀਏ ਹੁਣ। ਸਾਰਾ ਕਿਸੇ ਵੇਲੇ ਨਹੀਂ ਕੰਪਿਊਟਰ ਜਿਹੜਾ ਹੈ ਯਕਦਮ ਉਹ ਹਾਰਡ ਡਰਾਈਵ ਜਿਹੜੀ ਹੁੰਦੀ ਹੈ ਕਿਸੇ ਵੇਲੇ ਨਾ ਵਰਤੀ ਹੋਵੇ ਤਾਂ ਉਹ ਜਿਹੜੀ ਆ ਕੀ ਕਹਿੰਦੇ ਆ ਕਿ ਫਰੀਜ ਹੀ ਹੋ ਜਾਂਦੀ ਹੈ। ਸੋ ਇਹ ਨਾਂ ਸੁਣਿਆ ਸੀ ਮੁਸਤਫਾ ਸਾਹਿਬ ਦਾ, ਸਾਹਿਬ ਕਹਿ ਲਈਏ ਜਾਂ ਫਿਰ ਮੁਸਤਫਾ, ਕਿਤੇ ਨਾ ਕਿਤੇ ਲਿੰਕ ਜੁੜਦੇ ਸੀ ਇਹਦੇ ਵੀ ਪੰਜਾਬ ਦੀ ਨੌਜਵਾਨੀ ਦੇ ਨਾਲ, ਪਰ ਕੱਢ ਲਿਆਂਦਾ ਅਗਲਿਆਂ ਨੇ। ਚਲੋ ਚੰਗੀ ਗੱਲ ਆ। ਨਵਜੋਤ ਸਿੱਧੂ ਦੇ ਸਲਾਹਕਾਰਾਂ ਦੇ ਵਿੱਚ ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਜੀ, ਲਿੰਕ ਜੋੜਨੇ, ਜਿਹੜਾ ਮਰਜ਼ੀ ਪੁਲਿਸ ਅਫਸਰ ਲੈ ਲਓ, ਜਿਹੜਾ ਮਰਜ਼ੀ ਲੈ ਲਓ, ਉਸ ਹਾਲਾਤ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਹੱਥ ਰੰਗੇ ਤੁਹਾਨੂੰ ਮਿਲਣੇ ਹੀ। ਕਿਉਂ ਮਿਲਣੇ? ਹਾਲਾਤ ਏਦਾਂ ਦੇ। ਕਿਸੇ ਨੇ ਵੱਧ ਕੀਤਾ, ਕਿਸੇ ਨੇ ਘੱਟ ਕੀਤਾ। ਕੋਈ ਇੱਕ ਵੀ ਬੰਦਾ ਮੈਨੂੰ ਵਿਖਾ ਦੇ ਅਫਸਰ ਜਿਹੜਾ ਹੋਵੇ ਵੀ ਨਹੀਂ ਵੀ ਮੈਂ ਤਾਂ ਕੁਛ ਨਹੀਂ ਕੀਤਾ, ਬਾਂਹ ਖੜੀ ਕਰਕੇ ਚੱਲ। ਇਸ ਕਰਕੇ ਭਾਵੇਂ ਮੁਹੰਮਦ ਮੁਸਤਫਾ ਹੋਵੇ, ਭਾਵੇਂ ਹਰਦੀਪ ਢਿੱਲੋਂ ਹੋਵੇ, ਭਾਵੇਂ ਚਟੋਪਾਧਿਆ ਹੋਵੇ, ਭਾਵੇਂ ਜਿਹਦੇ ਮਰਜ਼ੀ ਨਾਲ ਤੁਸੀਂ, ਉਹਨਾਂ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦੀ ਸ਼ਮੂਲੀਅਤ ਆਈ ਜਾਣੀ। ਜਿਵੇਂ ਆਪਾਂ ਅੱਗੇ ਗੱਲ ਕੀਤੀ ਸੀ, ਜਿਹੜੇ 2 ਮੁੰਡੇ ਮਾਰੇ ਗਏ ਸੀ, ਉਹ ਚੁੱਕ ਕੇ ਮਾਰਿਆ ਸੀ ਪੱਟੀ ਦੇ ਥਾਣੇ ਹਸਪਤਾਲ ਦੇ ਵਿੱਚੋਂ। ਉਦੋਂ ਖੱਟੜਾ ਸਾਹਿਬ SSP ਸੀ। ਖੱਟੜਾ ਸਾਹਿਬ ਦਾ ਕਿੰਨਾ ਰੋਲ ਸੀ, ਕਿੰਨਾ ਰੋਲ ਨਹੀਂ, ਲੇਕਿਨ SSP ਉੱਥੇ ਜ਼ਿੰਮੇਵਾਰੀ ਬਰਾਬਰ ਦੀ ਬਣ ਜਾਂਦੀ ਵੀ ਉਹਦੇ ਰਾਜ 'ਚ ਹੋਇਆ ਉਹ SSP। ਇਸ ਕਰਕੇ ਮੁਹੰਮਦ ਮੁਸਤਫਾ ਜਿਹੜੇ ਵਾ ਉਹਦੇ ਵੀ ਹੱਥ ਜ਼ਰੂਰ ਰੰਗੇ ਹੋਣਗੇ, ਮੈਂ ਇਸ ਕੋਲ ਤੋਂ ਇਨਕਾਰੀ ਨਹੀਂ। ਉਹ ਲਾ ਦਿੰਦਾ ਨੇ ਸਾਰੇ ਨੇ, ਜਿਹੜਾ ਮਰਜ਼ੀ ਅਫਸਰ ਲੈ ਲਓ ਤੁਸੀਂ, ਕਿਸੇ ਨੂੰ ਤੁਸੀਂ ਬਰੀ ਨਹੀਂ ਕਰ ਸਕਦੇ। ਚੁੱਪਿਆ ਬੰਦਾ ਬਿਲਕੁਲ ਸਾਫ਼ ਸੀ। ਇਸ ਕਰਕੇ ਕਿਸੇ ਨੇ ਵੱਧ ਕੀਤਾ, ਕਿਸੇ ਨੇ ਘੱਟ ਕੀਤਾ। ਇਸ ਚੀਜ਼ ਨੂੰ ਲੈ ਕੇ ਚੱਲਾਂਗੇ ਤੇ ਫਿਰ ਤਾਂ ਤੁਸੀਂ ਕਿਸੇ ਵੀ ਅਫਸਰ ਨੂੰ ਜਿਹੜਾ ਵਾ ਉਹ ਪਾਕ ਪੱਤਰ ਨਹੀਂ ਕਹਿ ਸਕਦੇ। ਉਹ ਤੇ ਸਾਡੀ ਐਟਲੀਸਟ ਤੇ ਐ ਹੀ ਰਹੇਗਾ। ਸਭ ਤੋਂ ਵੱਡੀ ਗੱਲ ਇਹ ਹੈ ਨਾ ਕਿ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜੇ ਅੱਜ ਮੁਸਤਫਾ ਦੀ ਗੱਲ ਆਈ ਹੈ ਤਾਂ ਫਿਰ ਅਸੀਂ ਉਹਨੂੰ ਕਿਵੇਂ ਭੁੱਲ ਜਾਵਾਂਗੇ ਕਿ ਜਿਹਦੇ ਰਾਜ ਦੇ ਵਿੱਚ ਇਹ ਕਹਿ ਕੇ ਰਾਜ ਸੱਤਾ ਆਈ ਕਿ ਅਸੀਂ ਸਿੱਖਾਂ ਦੇ ਜਿਹੜੇ ਨਕਲੀ ਮੁਕਾਬਲੇ ਕਰਨ ਵਾਲੇ ਪੁਲਿਸ ਵਾਲੇ ਨੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਤੇ ਫਿਰ ਬਿਲਕੁਲ ਅਲੀ ਕਰਦੀ ਪੁਲਿਸ ਲੱਭਦੀ ਫਿਰਦੀ ਸੀਗੀ ਨੌਜਵਾਨਾਂ ਨੂੰ। ਮਾੜੀ ਜੀ ਪੀਲੀ ਦਸਤਾਰ ਸਜਾਈ ਹੋਈ ਵਾਲਾ ਨੌਜਵਾਨ ਮਿਲ ਜਾਂਦਾ ਸੀ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੋਹ ਕੇ ਕੁੱਟਿਆ ਮਾਰਿਆ ਜਾਂਦਾ ਸੀ। ਸਾਨੂੰ ਤੇ ਉਹ ਥਾਣੇਦਾਰਾਂ ਦੀਆਂ ਯਾਦਾਂ ਨੇ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਲੱਗੀਆਂ ਹੋਈਆਂ ਸੀ। ਬਾਕੀ ਇਲਾਕੇ ਦੇ ਵਿੱਚ ਜਿਹੜੇ ਬੁੱਚੜਗਿਰਦੀ ਕਰਦੇ ਸੀ ਉਹਨਾਂ ਦੇ ਇਲਾਕਿਆਂ ਨੂੰ ਪਤਾ ਹੀ ਆ। ਨੌਜਵਾਨਾਂ ਨੂੰ ਜਿਹੜੇ ਤਰਾਹ ਕਰਦੇ ਨੇ ਅਜੇ ਵੀ ਸੁਪਨੇ ਵਿੱਚ ਕਿਤੇ ਆ ਜਾਣ ਤਾਂ ਬਈ ਬੇਕਸੂਰਾਂ ਨੂੰ ਜਿਹਨਾਂ ਨੂੰ ਕੁੱਟ ਫੇਰੀ, ਤੇ ਬੇਕਸੂਰਾਂ ਨੂੰ ਜਿਹਨਾਂ ਨੂੰ ਕੀੜਿਆਂ ਦੇ ਭੌਂ ਤੇ ਬਿਠਾਇਆ, ਤੇ ਬੇਕਸੂਰ ਜਿਹਨਾਂ ਦੇ ਚੱਡੇ ਪਾੜੇ, ਤੇ ਬੇਕਸੂਰ ਜਿਹੜੇ ਧੀਆਂ ਦੇ ਸਾਹਮਣੇ ਪਿਓ ਨੰਗੇ ਕੀਤੇ ਗਏ ਤੇ ਧੀ ਦੇ ਸਾਹਮਣੇ ਬਾਪ ਨੰਗਾ ਕੀਤਾ ਗਿਆ। ਇਹ ਸ਼ਰਮਸ਼ਾਰ ਲੋਕ ਉਹੀ ਆਲਮ ਸੈਨਾ। ਹੁਣ ਤੁਸੀਂ ਜਿਹਨੂੰ ਕਹਿ ਲਈਏ ਪੰਥ ਰਤਨ ਫਕਰੇ ਕੌਮ ਪਦਮ ਭੂਸ਼ਣ, ਤੇ ਆਲਮ ਸੈਨਾ ਦਾ ਉਹਨੂੰ ਨਹੀਂ ਸੀ ਪਤਾ ਕਿ ਉਸ ਵਕਤ ਸੁਰਖੀਆਂ ਭਰੀਆਂ ਹੁੰਦੀਆਂ ਅਖਬਾਰਾਂ ਦੀਆਂ, ਕਿੱਥੋਂ ਤੱਕ ਪਹੁੰਚਾਤਾ ਉਹਨਾਂ ਨੂੰ। ਅੱਜ ਇਹ ਜਿਹੜੀ ਚਿੱਠੀ, ਇਹ ਜਿਹੜਾ ਕੱਚਾ ਚਿੱਠਾ ਕੱਢ ਕੇ ਲੈ ਕੇ ਆਉਣ ਵਾਲਾ ਕੋਈ ਹੋਰ ਨਹੀਂ ਹੈ। ਜੇਕਰ ਸੋਸ਼ਲ ਨੈਟਵਰਕ ਮੀਡੀਆ ਦੀ ਤੁਸੀਂ ਖੋਜ ਕਰ ਲਓ ਤਾਂ ਕਿਤੇ ਨਾ ਕਿਤੇ ਸਿੱਧੂ ਦੇ ਵਿਰੋਧੀਆਂ ਦਾ ਹੀ ਜਿਹੜਾ ਹੈ ਕਾਰਨਾਮਾ ਹੈ। ਕਿਉਂਕਿ ਛੱਜ ਦਾ ਬੋਲੇ ਛਾਨਣੀ ਕੋ ਬੋਲੇ। ਜੇ ਹੁਣ ਕਾਲੀ ਬੋਲਣਗੇ ਤਾਂ ਉੱਥੇ ਉਹਨਾਂ ਦੇ ਵੇਲੇ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਮਿਲੀਆਂ ਨੇ, ਅੱਜ ਜ਼ਮਾਨਤਾਂ ਦੇ ਜ਼ਮਾਨਤਾਂ ਹੋ ਰਹੀਆਂ ਨੇ ਸੈਣੀ ਦੀਆਂ, ਕੋਈ ਛੋਟੀ ਜੀ ਗੱਲ ਥੋੜੀ ਆ। ਤੇ ਇਜ਼ਹਾਰ ਆਲਮ ਦੇ ਪਰਿਵਾਰ ਨੂੰ ਜਿਸ ਤਰੀਕੇ ਨਾਲ ਥਾਪੜਾ ਦਿੱਤਾ ਗਿਆ ਕੋਈ ਛੋਟੀ ਜੀ ਗੱਲ ਥੋੜੀ ਆ। ਆਲਮ ਸੈਨਾ ਉਹਦੀ ਵੱਖਰੀ ਬਣਾਈ ਹੋਈ ਸੀ। ਖੈਰ ਨਹੀਂ ਵੀ ਆਪਾਂ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਤੇ ਗੱਲ ਕਰ ਰਹੇ ਸਾਂ।
ਥੋੜੀ ਜਿਹੀ ਗੱਲ ਕਰ ਲਈਏ ਜੀ ਹੁਣ। ਸਰਬਦੀਪ ਸਿੰਘ ਵਿਰਕ ਜਿਹੜੇ ਨੇ ਉਹ SSP ਅੰਮ੍ਰਿਤਸਰ SSP ਅੰਮ੍ਰਿਤਸਰ ਸੀ। ਮੈਂ ਉਹਨਾਂ ਤੋਂ ਤੁਸੀਂ ਲਾਓਗੇ ਤੇ ਉਹਨਾਂ ਵੀ ਕੋਈ ਚਾਹੀਦੇ ਕੰਮ ਨਹੀਂ ਕੀਤੇ ਹੋਣਗੇ, ਉਹਨਾਂ ਦੇ ਵੀ ਕਿਤੇ ਕਿਤੇ ਨਾਜ ਵੀ ਆਉਂਦਾ ਹੋਊਗਾ। ਲੇਕਿਨ ਜਦੋਂ ਇਹਨਾਂ ਨੇ ਸਰਹੱਦੀ ਖੇਤਰ ਦੇ ਵਿੱਚੋਂ ਖਾੜਕੂਆਂ ਦੀਆਂ ਧੀਆਂ ਕਣੀਆਂ ਲਿਆ ਕੇ ਥਾਣੇ 'ਚ ਬਿੱਦ ਸ਼ੁਰੂ ਕੀਤੀ, ਉਹਨੂੰ ਪਤਾ ਲੱਗਾ ਤੇ ਉਹ ਆਪਣੀਆਂ ਗੱਡੀਆਂ ਆਪ ਲੈ ਕੇ ਥਾਣੇ 'ਚ ਗਿਆ ਤੇ ਬੱਚਿਆਂ ਨੂੰ ਬਿਠਾ ਕੇ ਲੋਕਾਂ ਨੇ ਤਰ੍ਹਾਂ ਛੱਡ ਦਿੱਤਾ। ਪੰਚਾਇਤਾਂ ਦੇ ਹੈਂਡਓਵਰ ਕੀਤਾ ਤੇ ਸਰਪੰਚ ਨੂੰ ਕਿਹਾ ਜੇ ਕਿਤੇ ਦੁਬਾਰਾ ਕੋਈ ਇਹੋ ਜਿਹੀ ਘਟਨਾ ਵਾਪਰੀ ਤੇ ਮੈਨੂੰ ਜ਼ਰੂਰ ਦੱਸੋ, ਆਹ ਮੇਰਾ ਫੋਨ ਨੰਬਰ ਲੈ ਲਓ ਜਾਂ ਆਪ ਆ ਜੀ ਮੈਨੂੰ ਦੱਸ ਦਿਓ। ਬਾਕੀ ਜਿਹੜੀ ਮੁਕਾਬਲੇ ਦੀ ਗੱਲ ਹੋਣੀ ਹੈ ਜੀ, ਤੇ ਮੁਕਾਬਲਾ ਤੁਹਾਨੂੰ ਪਤਾ ਜੰਗ ਲੜਦੀ ਮੁਕਾਬਲਾ ਤਾਂ ਹੁੰਦਾ ਹੀ ਹੈ। ਉਹਦੇ ਵਿੱਚ ਬੰਦਾ ਕੋਈ ਮਾਰਿਆ ਜਾਂਦਾ, ਅਸੀਂ ਕਹਿੰਦੇ ਬੁੱਚੜ ਹੈ ਜੀ ਫਲਾਣਾ। ਮੈਂ ਸੋਚਦਾ ਕਿ ਬਹੁਤੀ ਸੈਂਸ ਵਾਲੀ ਗੱਲ ਨਹੀਂ, ਕਿਉਂਕਿ ਜੇ ਮੁੰਡਿਆਂ ਨੇ ਗਲਤੀਆਂ ਕੀਤੀਆਂ ਉਹਨਾਂ ਵੀ ਮੈਂ ਸੋਚਦਾ ਵੀ ਬਹੁਤ ਗਲਤੀਆਂ ਕੀਤੀਆਂ। ਨਹੀਂ ਚਲੋ ਤੁਸੀਂ ਕਹਿੰਦੇ ਹੋ ਪੱਟੀ ਸਾਹਿਬ ਇੱਕ ਮਿੰਟ ਹੋਰ ਰੱਖਿਓ। ਉਹ ਬੁੱਚੜਗਰਦੀ ਨਹੀਂ ਜਿਨ੍ਹਾਂ ਨੇ ਸ਼ਰੇਆਮ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਚੈਲੰਜ ਕੀਤਾ ਕਿ ਭਾਈ 25,000 ਦੀ ਥਾਂ ਤੇ ਇੱਕ ਗਿਣ ਲਾ। ਉਹ ਬੁੱਚੜਗਿਰਦੀ ਨਹੀਂ ਕਿ ਇੱਕ ਪਿਓ ਨੂੰ ਧੀ ਦੇ ਸਾਹਮਣੇ ਨੰਗਿਆਂ ਕਰਨਾ। ਉਹ ਬੁੱਚੜਗਿਰਦੀ ਨਹੀਂ ਜਿਹਦੀ ਤੁਸੀਂ ਕਹਾਣੀ ਸੁਣਾਉਂਦੇ ਹੁੰਦੇ ਹੋ ਕਿ ਸ਼ਰੇਆਮ ਮੁੰਡਾ ਸਹਿਕਦਾ ਸੀ ਤੇ ਆ ਕੇ ਉਹਨਾਂ ਨੇ ਬੁੱਚੜਾਂ ਨੇ ਫੇਰ ਗੋਲੀਆਂ ਮਾਰੀਆਂ। ਉਹ ਬੁੱਚੜਗਿਰਦੀ ਨਹੀਂ। ਪ੍ਰੋਬਲਮ ਫਿਰ ਤੁਸੀਂ ਗਰਮੀ ਖਾ ਜਾਓ ਤੇ ਮੇਰੀ ਗੱਲ ਤਾਂ ਸੁਣੀ ਜਿਹੜੀ ਗੱਲ ਮੈਂ ਕਹਿਣਾ। ਹਾਂਜੀ ਨਹੀਂ ਗਰਮੀ ਨਹੀਂ, ਮੈਂ ਉਹ ਗੱਲ ਕਰਦਾ। ਮੇਰੀ ਅੱਜ ਆਵਾਜ਼ ਖਰਾਬ ਖਰਾਬ ਆ ਥੋੜੀ ਜੀ, ਆਵਾਜ਼ ਦੇ ਵਿੱਚ ਥੋੜਾ ਜਿਹਾ ਭਾਰਾ ਪਾਣਾ। ਉਹ ਬੁੱਚੜਗਿਰਦੀ ਨਹੀਂ, ਉਹ ਬੁੱਚੜਗਿਰਦੀ ਅਸੀਂ ਉਸ ਬੁੱਚੜਗਿਰਦੀ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਸ਼ਹਿ ਦੇਣ ਵਾਲਿਆਂ ਦੀ ਗੱਲ ਕਰਦੇ ਹਾਂ। ਉਹਨਾਂ ਨੂੰ ਵੀ ਆਪਾਂ ਪਾਣੀ ਪੀ ਤੋਂ ਪੁੱਛਿਆ ਨਹੀਂ, ਪੁੱਛਿਆ ਆਪਾਂ ਜੀ ਪਿਛਲੇ 5 ਸਾਲ ਤੋਂ ਪੁੱਛਦੇ ਆ ਰਹੇ ਉਹਨਾਂ ਨੂੰ ਵੀ ਇਹਨਾਂ ਨੇ ਗਲਤ ਕੀਤਾ। ਲੇਕਿਨ ਇਸ ਗੱਲ ਤੋਂ ਵੀ ਇਨਕਾਰ ਕੀਤਾ ਜਾ ਸਕਦਾ ਵੀ ਤੁਸੀਂ ਕਿਸੇ ਬੰਦੇ ਨੇ ਗਲਤੀ ਕੀਤੀ ਸਾਰਾ ਪਰਿਵਾਰ ਮਾਰਦੇ ਹੋ, ਟੈਣਾ ਮਾਰਦੇ ਹੋ। ਮੇਰੀ ਇੱਕ ਬੱਚੀ 2 ਮਹੀਨੇ ਦੀ ਬੱਚੀ ਸਿਰਫ ਉਹਦੇ ਸਿਰ 'ਚ ਗੋਲੀ ਮਾਰਦੀ, ਜੋ ਸਿਰ 'ਚ ਗੋਲੀ ਮਾਰਦੇ ਬੰਦਾ ਸਾਹ ਹੀ ਨਹੀਂ ਹੁੰਦਾ ਮੁੜ ਕੇ ਜੇ ਦਿਮਾਗ ਦੀ ਗੱਲ ਬਣਦੀ ਹੈ ਨਾ, ਇੱਕਦਮ ਬੰਦਾ ਸੁੰਨ ਹੋ ਜਾਂਦਾ ਉਸ। ਉਹਨਾਂ ਚੀਜ਼ਾਂ ਨੂੰ ਸਾਨੂੰ ਥੋੜਾ ਯਾਦ ਰੱਖਣਾ ਚਾਹੀਦਾ ਵੀ ਗਲਤੀਆਂ ਹੋਈਆਂ ਨੇ ਮੁੰਡਿਆਂ ਥੋੜੀਆਂ ਨਹੀਂ, ਬਹੁਤ ਗਲਤੀਆਂ ਆਈਆਂ। ਔਰ ਮੁੰਡਿਆਂ ਦੀ ਆੜ ਹੇੜ ਕਿਹਨੇ ਕੀਤੀਆਂ? ਪਿੰਕੀ ਤੇ ਸ਼ਰੇਆਮ ਰੌਲਾ ਪਾਉਂਦਾ ਕਿ ਬੱਸਾਂ 'ਚੋਂ ਕਢਾ ਕੇ ਸਾਨੂੰ ਸਾਡੇ ਹਾਕਮ ਕਰਦੇ ਸੀ, ਹੁਕਮ ਤੇ ਅਸੀਂ ਮਾਰਦੇ ਸਾਂ। ਤੇ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਕੀ ਕੁਝ ਕੀਤਾ ਹੋਊ। ਜਿਹੜੇ ਕੱਪ ਟੁੱਟੀ ਦੀ ਕੇਤਲੀ ਦਾ ਢੱਕਣ ਦੱਸ ਸਕਦੇ ਤੇ ਟੁੱਟਾ ਹੋਇਆ ਰਾਤ ਨੂੰ ਖਾੜਕੂ ਚਾਹ ਪੀ ਗਏ ਜਾਂ ਤੁਸੀਂ ਅੱਤਵਾਦੀ ਕਹਿ ਲਓ, ਤੇ ਕਿਵੇਂ ਪੁਲਿਸ ਨੂੰ ਪਤਾ ਲੱਗ ਜਾਂਦਾ ਸੀ ਵੀ ਤੁਹਾਡੇ ਘਰ ਦੇ ਵਿੱਚ ਰਾਤੀ ਖਾੜਕੂ ਆਏ ਤੇ ਢੱਕਣ ਟੁੱਟਾ ਸੀ ਤੁਹਾਡੇ ਇੱਕ ਕੱਪ ਦਾ। ਇਹ ਸਭ ਰਲੀਆਂ ਮਿਲੀਆਂ ਜੋ ਕੁਝ ਵੀ ਹੋਇਆ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਪਰ ਬੁੱਚੜਗਿਰਦੀ ਦੋਨਾਂ ਪਾਸਿਆਂ ਤੋਂ ਉਹੀ ਕਹਿ ਸਕਦੇ ਹੋ ਤੁਸੀਂ। ਉਹੀ ਬਿਲਕੁਲ ਬਾਤ ਹੈ, ਠੀਕ ਹੈ। ਦੋਵਾਂ ਪਾਸਿਓਂ ਗਲਤੀਆਂ ਗਲਤੀਆਂ ਹੋਈਆਂ ਨੇ, ਉਹਨਾਂ ਦੋਵਾਂ ਨੂੰ ਅਸੀਂ ਮੈਂ ਤਾਂ ਕਈ ਵਾਰੀ ਕਿਹਾ ਇਹਦੇ ਉੱਤੇ ਨਿਰਪੱਖ ਡਿਬੇਟ ਹੋਣੀ ਚਾਹੀਦੀ ਹੈ। ਇੱਥੇ ਵੀ ਹੋਣੀ ਚਾਹੀਦੀ, ਸਾਕਾ ਨੀਨਾ ਤੇ ਹੋਣੀ ਚਾਹੀਦੀ, ਨਿਰਪੱਖ ਡਿਬੇਟ ਹੋਣੀ ਚਾਹੀਦੀ। ਬਿਲਕੁਲ ਕਿ ਸੱਚਾਈ ਸਾਹਮਣੇ ਆ ਕਿ ਹੋਇਆ ਕੀ ਹੈ। ਤੇ ਆਪਾਂ ਗੱਲ ਕਰਦੇ ਸੀ ਸਿੱਧੂ ਸਾਹਿਬ ਦੇ ਸਲਾਹਕਾਰ ਜੀ। ਸਿੱਧੂ ਸਾਹਿਬ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦਾ ਪਹਿਲਾ ਨਾਮ ਪਰਮਜੀਤ ਸਿੰਘ ਪੰਮੀ ਸੀ। ਪੰਮੀ ਕਹਿੰਦੇ ਹੁੰਦੇ ਸੀ। ਇਹ ਭਰਾ ਜਿਹੜੇ ਦੋਵੇਂ ਹੈ, ਇਹਨਾਂ 1 ਸਾਲ ਦਾ ਫਰਕ ਸੀਗੇ ਤੇ ਦੋਵਾਂ ਨੂੰ ਇਕੱਠਿਆਂ ਨੂੰ ਜਦੋਂ ਇਹਨਾਂ ਦੇ ਫਾਦਰ ਦਾਖਲ ਕਰਾਉਣਗੇ ਸਕੂਲ ਦੇ ਵਿੱਚ, ਤੇ ਇਹਨਾਂ ਦੇ ਜਿਹੜੀ ਟੀਚਰ ਸੀ ਬੀਬੀ, ਇਹਨਾਂ ਦੇ ਪਰਿਵਾਰ ਨਾਲ ਕਾਹੇ ਪਿਆਰ ਸੀ। ਉਹਨੇ ਬਾਪੂ ਜੀ ਕਿਹਾ ਕਿ ਚਾਚਾ ਜੀ ਕਿਹਾ ਕੀ ਕਿਹਾ? ਉਹਨੇ ਕਿਹਾ ਜੀ ਇੱਕ ਮੁੰਡੇ ਦਾ ਨਾਮ ਹੈ ਆਪਣੇ ਨਾਂ ਦੇ ਉੱਤੇ ਰੱਖਣਾ। ਉਹ ਕਹਿਣ ਲੱਗੇ ਵੀ ਜਿਹੜਾ ਵੱਡਾ ਮੁੰਡਾ ਉਹ ਤੇ ਉਹਦੇ ਦਾਦੇ ਨੇ ਗੋਦ ਲਿਆ ਵਾ ਤੇ ਉਹਦਾ ਤਾਂ ਨਾਂ ਰੱਖਿਆ ਵਾ, ਬਦਲ ਨਹੀਂ ਸਕਦੇ। ਆ ਛੋਟੇ ਦਾ ਜਦੋਂ ਰੱਖਣਾ ਰੱਖ ਲਓ। ਉਹਦਾ ਨਾਂ ਹੈਗਾ ਸੀ ਮਾਲਵਿੰਦਰ ਕੋਲ ਮਾਲੋ ਭੈਣ ਜੀ ਕਹਿੰਦੇ ਸੀ। ਉਹਨੇ ਫਿਰ ਉਹਦਾ ਨਾਮ ਮਾਲਵਿੰਦਰ ਸਿੰਘ ਮਾਲੀ ਰੱਖਿਆ, ਮਤਲਬ ਇੱਕ ਟੀਚਰ ਦਾ ਨਾਂ ਦਿੱਤਾ ਹੋਇਆ ਉਹਨੇ। ਤੇ ਹੁਸ਼ਿਆਰ ਇੰਨਾ ਹੁੰਦਾ ਸੀ ਵੀ ਇਹ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ ਕਲਾਸ ਦਾ ਮਨੀਟਰ ਹੀ ਰਿਹਾ। ਹੁਣ ਜਿਹੜੀ ਗੱਲ ਕਰਦੇ ਆਪਾਂ ਉਹਨੇ ਗੱਲ ਕੀਤੀ ਆ, ਉਹ ਬੰਦਾ ਵੇਖੋ ਸਮਝ ਨਹੀਂ ਆਉਂਦੀ ਵੀ ਕਿੰਨਾ ਕਲਾਕਾਰ ਬੰਦਾ ਹੋਊਗਾ, ਕਿੰਨੀ ਉਹਦੀ ਕਲਾ ਹੋਊਗੀ। ਪਹਿਲਾ ਜਥੇਦਾਰ ਗੁਰਚਰਨ ਸਿੰਘ ਤੌੜਾ ਦਾ ਮੀਡੀਆ ਐਡਵਾਈਜ਼ਰ ਰਿਹਾ, ਫਿਰ ਪ੍ਰਕਾਸ਼ ਸਿੰਘ ਬਾਦਲ ਦਾ ਰਿਹਾ, ਫਿਰ ਕੈਪਟਨ ਅਮਰਿੰਦਰ ਸਿੰਘ ਦਾ ਰਿਹਾ, ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ।
ਤੇ ਨਵਜੋਤ ਸਿੰਘ ਸਿੱਧੂ ਦੇ ਨਾਂ ਤੇ ਉਹਨੇ ਇੰਨੀ ਗੱਲ ਕਹੀ, ਕੈਪਟਨ ਤੇ ਹਮਲਾ ਪਹਿਲਾਂ ਕੀਤਾ ਵੀ ਕੈਪਟਨ ਸਾਹਿਬ ਤੁਸੀਂ ਮੋਦੀ ਦੇ ਤੇ ਸ਼ਾਹ ਨਾਲ ਮਿਲ ਕੇ ਜਿਹੜੇ ਆ ਨਾ ਉਹ ਪੰਜਾਬ ਦੇ ਮਾਹੌਲ ਦੇ ਵਿੱਚ ਕਾਂਜੀ ਘੋਲਣ ਦੀ ਕੋਸ਼ਿਸ਼ ਕਰ ਰਹੇ ਸੀ। ਤੁਸੀਂ ਬਹਾਨਾ ਬਣਾਉਣੇ ਹੋ ਵੀ ਵੇਖੋ ਜੀ ਬੰਦਰਾਂ ਨੂੰ ਖਤਰਾ ਜੀ, 5 ਕਿਸਾਨ ਆਗੂ ਨੂੰ ਖਤਰਾ ਜੀ, ਸਾਨੂੰ 25 ਕੰਪਨੀਆਂ ਹੋਰ ਪੰਜਾਬ ਵਾਸਤੇ ਦੇ ਜੀ, ਨਾ ਕੋਈ ਗੱਲ। ਲੇਕਿਨ ਜਿਹੜੇ ਮੁੱਦੇ ਅਸਲੀ ਮੁੱਦੇ ਨੇ, ਜਿਹੜੇ ਬਿਜਲੀ ਦਾ ਮੁੱਦਾ ਵਾ, ਕਿਸਾਨਾਂ ਦਾ ਮੁੱਦਾ ਵਾ, ਕਾਨੂੰਨ ਰੱਦ ਕਰਨ ਦਾ ਮੁੱਦਾ ਵਾ, ਬੇਅਦਬੀ ਦਾ ਮੁੱਦਾ, ਜੇ ਗੱਲ ਕਰਨੀ ਹੈ ਤੇ ਉਹਨਾਂ ਤੇ ਕਰੋ। ਜਿਹੜੇ ਮੁੱਖ ਮੁੱਦੇ ਨੇ ਆ ਸੈਕੰਡਰੀ ਮੁੱਦੇ ਭੜਕਾ ਕੇ ਤੇ ਤੁਸੀਂ ਲੋਕਾਂ 'ਚ ਡਰ ਨਾ ਪੈਦਾ ਕਰੋ। ਇਹ ਮਾਲਵਿੰਦਰ ਮਾਲੀ ਨੇ ਅੱਜ ਆਪਣਾ ਸੋਸ਼ਲ ਮੀਡੀਆ ਤੇ ਬਿਆਨ ਦਿੱਤਾ, ਬਕਾਇਦਾ ਤੌਰ ਤੇ ਅਖਬਾਰਾਂ 'ਚ ਛਪਿਆ। ਜੀ ਪਟੇ ਸਾਹਿਬ, ਤੁਸੀਂ ਇੱਕ ਜ਼ਿਕਰ ਕੀਤਾ ਕਿ ਮੈਂ ਗਰਮ ਹੋ ਜਾਂਦਾ, ਨਹੀਂ ਮੈਨੂੰ ਉਸ ਬੁੱਚੜ ਓਂਕਾਰ ਸਿੰਘ ਥਾਣੇਦਾਰ ਦੀ ਜ਼ਿਕਰ ਯਾਦ ਆ ਜਾਂਦਾ, ਜਿਹੜਾ ਨੌਜਵਾਨਾਂ ਨੂੰ ਸਾਡੇ ਵੈਰੋਵਾਲ ਦੇ ਵਿੱਚ ਬਿਨਾਂ ਮੱਝਾਂ ਚਾਰਦਿਆਂ ਚੱਕ ਕੇ ਲੈ ਜਾਂਦਾ ਸੀ। ਮੈਂ ਵੀ ਇੱਕ ਦੀ ਗੱਲ ਕਰਦੇ ਜੀ, ਜੇ ਇਹ ਪਟਾਰੀ ਖੋਲ੍ਹਣ ਮੈਂ ਸ਼ੁਰੂਆਤ ਵਿੱਚ ਗੱਲ ਇਹੀ ਕਹੀ ਸੀ ਵੀ ਆਪੋ ਆਪਣੇ ਇਲਾਕੇ ਦੇ ਬੁੱਚੜਾਂ ਦੇ ਥਾਣੇਦਾਰਾਂ ਦਾ ਪਤਾ, ਜਿਹੜਾ ਕਹਿੰਦਾ ਸੀਗਾ ਕਿ ਤੁਹਾਡੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਆਰਿਆਂ ਨੇ ਅੰਮ੍ਰਿਤ ਛਕਾਇਆ ਤੇ ਆ ਮੇਰਾ ਪਿਸ਼ਾਬ ਪੀਓ, ਤੇ ਉਹ ਬੁੱਚੜਗਿਰਦੀ ਨਹੀਂ। ਉਹਦਾ ਅਸਰ ਕੀ ਹੋਇਆ ਫਿਰ ਜੀ? ਨਹੀਂ, ਅਸਰ ਨੂੰ ਛੱਡੋ, ਉਹਨਾਂ ਨੇ ਲੋਕਾਂ ਨੂੰ ਉਕਸਾਇਆ, ਲੋਕਾਂ ਨੂੰ, ਨੌਜਵਾਨਾਂ ਨੂੰ ਬੰਦੂਕਾਂ ਫੜਨ ਵਾਸਤੇ ਮਜਬੂਰ ਕੀਤਾ। ਇਹ ਗੱਲਾਂ ਕਰਨੀਆਂ ਪੈਣੀ, ਸੱਚੀਆਂ ਕੀਆਂ ਨੇ, ਚੁੱਭਦੀਆਂ ਨੇ ਜੀ ਕਰਨੀ ਜੇ ਨਹੀਂ ਕਰਨੀ ਚਾਹੀਦੀ, ਚੁੱਭਦੀਆਂ ਨੇ। ਗਲਤੀ ਆ ਨਾ ਉਸ ਸਮੇਂ ਦੇ ਹਾਲਾਤ ਨੂੰ ਜਿਹਨੇ ਹੰਡਾਇਆ ਵਾ, ਬਿਨਾਂ ਵਜ੍ਹਾ ਤੋਂ ਚਪੇੜਾ ਜਿਨ੍ਹਾਂ ਨੇ ਖਾਧੀਆਂ, ਉਹਨਾਂ ਨੂੰ ਤਾਂ ਇਹ ਬੁੱਚੜ ਲੱਗਣਗੇ। ਜੀ ਮੈਂ ਬੁੱਚੜ ਦੀ ਸ਼ੱਕ ਵਾਲੀ ਗੱਲ ਨਹੀਂ ਹੈਗੀ, ਮੈਂ ਕਦੋਂ ਨਹੀਂ ਬੁੱਚੜ, ਕੋਈ ਛੋਟਾ ਬੁੱਚੜ ਕੋਈ ਵੱਡਾ ਬੁੱਚੜ, ਬਸ ਦੈਟਸ ਇਟ। ਚਲੋ, ਇੱਕ ਅਮਨ ਜੀ ਖਬਰ ਸੁਣਾ ਕੇ ਗਏ ਨੇ, ਮੈਂ ਸੁਣ ਰਿਹਾ ਸੀ ਤੇ ਮਨ ਬੜਾ ਪਸੀਜਿਆ। ਇੱਕ ਫਿਲਮ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ, ਦੀਵਾਰ ਫਿਲਮ ਦੇ ਵਿੱਚ ਮੇਰਾ ਬਾਪ ਚੋਰ ਦਾ ਜ਼ਿਕਰ ਕਰਤਾ ਉਹਨਾਂ ਨੇ। ਚੋਰੀ ਕਰਦੇ ਭੱਜਦੇ ਚੋਰਾਂ ਨੂੰ ਲੋਕਾਂ ਨੇ ਫੜ ਕੇ ਲਿਖਿਆ ਪਿੱਠ ਤੇ ਚੋਰ, ਕੁੱਟਿਆ ਮਾਰਿਆ। ਜਿੰਨੇ ਕਦੇ ਕਿਸੇ ਘਰ ਵਾਲੀ ਨੂੰ ਕਿਤੇ ਉਹੀ ਨਹੀਂ ਕਿਹਾ ਹੋਣਾ, ਉਹਨੇ ਵੀ ਮੇਰੇ ਹੱਥ ਸੇਕ ਲਿਆ ਹੋਣਾ। ਮਾਮਲਾ ਥਾਣੇ ਪੁੱਜਿਆ, ਹੁਣ ਕੀ ਕਹਿਣਾ ਚਾਹੋਗੇ? ਮਾਮਲਾ ਇਹ ਹੈ ਜੀ, ਜਲੰਧਰ ਦੇ ਵਿੱਚ ਇੱਕ ਬੰਦਾ ਆਪਣੇ ਟੈਂਪੂ ਟਰੈਵਲ ਦੇ ਉੱਤੇ ਜਿਹੜਾ ਸੀ ਦੁਕਾਨਾਂ ਤੇ ਮਾਲ ਸਪਲਾਈ ਕਰ ਰਿਹਾ। ਜਦੋਂ ਇੱਕ ਮਾਲ ਸਪਲਾਈ ਕਰਨ ਗਿਆ ਤੇ ਉਹ ਬੋਰੀ ਚੁੱਕ ਕੇ ਦੁਕਾਨ ਤੇ ਛੱਡਣ ਗਿਆ ਤੇ ਪਿੱਛੋਂ ਇਹ 2 ਮੁੰਡੇ ਆਏ ਤੇ ਇਹਨਾਂ ਨੇ ਚੁੱਪ ਕਰਕੇ ਜਿਹੜੇ ਇੱਕ ਬੋਰੀ ਚੁੱਕੀ ਤੇ ਮੋਟਰਸਾਈਕਲ ਤੇ ਰੱਖੀ ਤੇ ਤੁਰ ਗਏ। ਉਹਨੇ ਜਿਹਨੂੰ ਜਿਹੜਾ ਮਾਲਕ ਸੀ ਮੁੰਡਾ, ਉਹ ਆਇਆ, ਉਹਨੇ ਦੂਰੋਂ ਵੇਖਿਆ ਤੇ ਉਹਦੇ ਭੱਜਾ, ਉਹਨੇ ਪਿੱਛੇ ਦਰਵਾਜ਼ਾ ਪਾਤਾ ਤੇ ਚੋਰ ਚੋਰ ਚੋਰ। ਲੋਕਾਂ ਨੇ ਫੜ ਲਿਆ, ਲੋਕਾਂ ਨੇ ਫੜ ਕੇ ਛਿੱਤਰਪੇੜ ਵੀ ਕੀਤੀ। ਉਹਨਾਂ ਨੇ ਛਿੱਤਰਪੇੜ ਕਰਨ ਤੋਂ ਬਾਅਦ ਬਕਾਇਦਾ ਤੇ ਕੁੱਟਮਾਰ ਕਾਫੀ ਕੀਤੀ। ਉਹਨਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਸਪਰੇਅ ਹੁੰਦਾ ਨਾ, ਜਿਹੜਾ ਰੰਗ ਦਾ ਸਪਰੇਅ ਹੁੰਦਾ, ਉਹਦੇ ਨਾਲ ਉਹਨਾਂ ਦੀ ਪਿੱਠ ਤੇ ਚੋਰ ਲੱਗਾ। ਅੱਛਾ। ਉਹ ਥਾਣੇ ਮਾਮਲਾ ਚਲੇ ਗਿਆ ਤੇ ਥਾਣੇ ਵਾਲੇ ਪੁਲਿਸ ਤੇ ਤਫਤੀਸ਼ ਕਰ ਰਹੇ, ਸ਼ਿਕਾਇਤ ਨਹੀਂ ਪਈ ਸਾਡੇ ਕੋਲ ਤੱਕ। ਚਲੋ ਉਹ ਅਲੱਗ ਮੈਟਰ ਆ। ਲੇਕਿਨ ਦੀਵਾਰ ਫਿਲਮ ਦੇ ਵਿੱਚ ਜਿਹੜਾ ਸੀ ਅਮਿਤਾਭ ਬੱਚਨ, ਉਹਦੇ ਹੱਥ ਤੇ ਲਿਖਿਆ ਸੀ ਕਿ ਮੇਰਾ ਪਿਓ ਚੋਰ ਹੈ। ਉਹ ਤੇ ਇੱਕ ਫਿਲਮ ਦੀ ਕਹਾਣੀ ਸੀ, ਹੁਣ ਤੁਹਾਨੂੰ ਅਸਲੀ ਕਹਾਣੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਰਿੰਦਰ ਸਿੰਘ ਮੱਲੀ ਹੁੰਦਾ ਸੀ, ਬੜਾ ਵਿਗੜਿਆ ਥਾਣੇਦਾਰ ਸੀ, ਨਾ ਸੁਣਿਆ ਹੋਣਾ ਤੁਸੀਂ। ਉਹ ਵਿਗੜਿਆ ਹੋਇਆ ਥਾਣੇਦਾਰ ਸੀ ਤੇ ਉਹਨੇ ਜੇਬ ਕਤਰੀਆਂ ਫੜ ਲਈਆਂ। ਉਹਨੇ ਪੰਜਾਬ ਦੇ ਨਾਲ ਬਕਾਇਦਾ ਤੌਰ ਤੇ ਉਹਨਾਂ ਦੇ ਮੱਥੇ ਤੇ ਲਿਖਤਾ ਜੇਬ ਕਤਲ ਲਿਖਿਆ ਸੀ। ਉਹਦੇ ਵਿੱਚ ਐਸਪੀ ਹੈਗਾ ਸੀ ਸੁਖਦੇਵ ਸਿੰਘ ਸ਼ੀਨਾ, ਉਹ ਸਟੈਂਡ ਲੈ ਗਿਆ। ਉਹਨੇ ਕਿਹਾ ਜੀ ਮੈਂ ਲਿਖਾਇਆ। ਜੇ ਉਹ ਇੰਨਾ ਸਟੈਂਡ ਨਾ ਲੈਂਦਾ ਤੇ ਮੱਲੀ ਹੋਰਾਂ ਤੇ ਪਰਚਾ ਵੀ ਦਰਜ ਹੁੰਦਾ ਤੇ ਮੱਲੀ ਹੋਰੀ ਕਈ ਸਾਲ ਪਹਿਲਾਂ ਜੇਲ੍ਹ ਦੀ ਯਾਤਰਾ ਕਰਦੇ। ਇਹ ਸਨ 2000 ਦੇ ਆਸੇ ਪਾਸੇ ਦੀ ਨਹੀਂ ਖਬਰ ਕਿਤੇ? ਜੀ। ਤੇ ਫਿਰ ਉਹਨਾਂ ਨੇ ਤਾਂ ਲੈਣਾ ਸੀਗਾ, ਕੋਈ ਕੰਮ ਬੜੇ ਕਰਵਾਏ। ਉਹ ਹੈ ਕਿ ਉਹ ਬੀਬੀਆਂ ਜਿਹੜੀਆਂ ਸੀ ਉਹ ਜਾ ਰਹੀਆਂ ਸੀ ਕਿਤੇ ਤੇ ਬੱਸ ਸਟੈਂਡ ਤੇ ਖਲੋਤੀਆਂ ਬੱਸ ਫੜਨ ਵਾਸਤੇ, ਉਹਨਾਂ ਦੀ ਜੇਬ ਕਤੀਆਂ ਲਿਖਿਆ ਸੀ। ਕਿਤੇ ਜੱਜ ਨੇ ਵੇਖ ਲਿਆ ਕਿ ਉਹਨੇ ਪੁੱਛਿਆ ਕਹਾਣੀ ਕੀ ਆ, ਤੇ ਉਹਨੇ ਫਿਰ ਨੋਟਿਸ ਲਿਆ ਉਹਦਾ ਬਕਾਇਦਾ ਤੌਰ ਤੇ ਵੀ ਦੱਸਿਆ ਜਾਵੇ ਕਹਾਣੀ ਕੀ। ਫਿਰ ਉਹਨੇ ਪੜਤਾਲ ਕਰਾ ਕੇ ਫਿਰ ਪਰਚਾ ਦਰਜ ਹੋਇਆ ਸੀ। ਇੱਥੇ ਰੱਖ ਕਾਫੀ ਦੇਰ ਕੇਸ ਚੱਲਿਆ, ਮੁੜ ਕੇ ਸ਼ਾਇਦ ਉਹਦਾ ਰਾਜੀਨਾਮਾ ਹੋਇਆ ਸੀ, ਕੁਛ ਹੋਇਆ ਸੀ, ਇਹਨੂੰ ਯਾਦ ਮੈਨੂੰ ਕੀ ਹੋਇਆ ਸੀਗਾ।
लेकिन वो हकीकत आ भी पुलिस ने जेब पत्तियां लिखाया। इस तरह इस तो पहला एक मुंडा जेब पत्रा सी, लोकां ने फड़ के ਉਹਦੇ ਮੱਥੇ ਤੇ ਜਿਹੜੀ जेब पत्र लिखता ਸੀ। पॉसिबिलिटी भी पुलिस ने लिखाया होवे लेकिन वो नहीं कार्रवाई की, लोगों ने खत च पै गया। ਹੁਣ ਇਹ ਵੀ ਲੋਕਾਂ ਦੇ ਖੱਤ 'ਚ ਪੈ ਗਿਆ, ਭਾਵੇਂ ਉਹ ਚੋਰ ਆ ਭਾਵੇਂ ਸਾਧ, ਉਹਦੇ ਵਿੱਚ ਵੀ ਫੇਰ ਵੀ ਹਿਊਮਨ ਰਾਈਟਸ ਹੈਗੇ ਆ। ਤੁਸੀਂ ਫੜੋ, ਪੁਲਿਸ ਨੂੰ ਦਿਓ, ਪੁਲਿਸ ਆਪਣੀ ਕਾਰਵਾਈ ਕਰੀ। ਪਹਿਲੀ ਗੱਲ ਤੇ ਤੁਹਾਨੂੰ ਉਹਨਾਂ ਨੂੰ ਕੁੱਟਮਾਰ ਦਾ ਅਧਿਕਾਰ ਕਿਹਨੇ ਦੇ ਦਿੱਤਾ? ਤੁਸੀਂ ਫੜੋ, ਜੋ ਪੁਲਿਸ ਕਾਰਵਾਈ ਕਰੇ, ਪੁਲਿਸ ਹੋਰ ਟ੍ਰੇਸ ਕਰੇ ਜਦੋਂ ਹੋਰ ਚੋਰੀਆਂ ਕੀਤੀਆਂ। ਲੇਕਿਨ ਉਹਨਾਂ ਦੀ ਪਿੱਠ ਤੇ ਚੋਰ ਲਿਖਣਾ ਤੇ ਉਹ ਅਖਬਾਰਾਂ ਛਪਣਾ, ਜਿਹੜੀ ਹਿਊਮਨ ਰਾਈਟਸ ਵਾਲੇ ਨੇ ਕਿਸੇ ਕੇਸ ਚੁੱਕ ਲਿਆ ਤੇ ਫਿਰ ਜਿਹੜੇ ਬੰਦੇ ਉੱਥੇ ਲਿਖਣ ਵਾਲੇ ਨੇ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਆ, ਸਭ ਕੁਛ ਹੋਇਆ ਵਾ, ਉਹਨਾਂ ਨੂੰ ਫਿਰ ਤਰੀਕਾ ਭੁਗਤਣੀ ਪੈ ਸਕਦੀ। ਦੋਸਤੋ ਤੁਸੀਂ ਸੁਣਦੇ ਜਾ ਰਹੇ ਹੋ ਰੰਗਲਾ ਪੰਜਾਬ। ਇਸ ਵਕਤ ਬਾਬਾ ਢਾਬਾ ਖੁੱਲ੍ਹਾ, ਦੋਵੇਂ ਬ੍ਰਾਂਚਾਂ ਉਹਨਾਂ ਦੀਆਂ ਖੁੱਲ੍ਹੀਆਂ ਨੇ। 1779 ਕੁਈਨ ਸਟਰੀਟ ਵਾਲੀ ਜਿਹੜੀ ਹੈ ਉਹ ਬ੍ਰਾਂਚ 11:30 ਤੋਂ ਰਾਤ ਦੇ 4 ਵਜੇ ਤੱਕ ਖੁੱਲ੍ਹਦੀ ਹੈ, ਤੇ ਜਿਹੜੀ ਬਰੈਂਪਟਨ ਦੀ 255 ਰਦਰਫੋਰਡ ਵਾਲੀ ਬ੍ਰਾਂਚ ਹੈ ਉਹ 2 ਵਜੇ ਤੱਕ ਖੁੱਲ੍ਹਦੀ ਹੈ। 5 ਵਜੇ ਤੋਂ ਲੈ ਕੇ ਇਹਨਾਂ ਦਾ ਇੱਕ ਬੈਂਕਟ ਹਾਲ ਵੀ ਹੈ ਜਿੱਥੋਂ 25 ਤੋਂ 30 ਲੈ ਕੇ ਬੰਦਿਆਂ ਦੀ ਤੇ 125 ਬੰਦਿਆਂ ਤੱਕ ਦੀ ਤੁਸੀਂ ਕੋਈ ਵੀ ਪਾਰਟੀ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕੀਤਾ ਜਾ ਸਕਦਾ। ਇਸ ਵਕਤ ਦਾ ਨੰਬਰ 905 499 4314 ਹੀ ਹੈ, 9054994314। ਦਾ ਫਾਇਰ ਪਲੇਸ ਦੀ ਗੱਲ ਕਰਦੇ ਹਾਂ ਪਰ ਅਗਲਾ ਪੰਜਾਬ ਦੇ ਵਿੱਚ ਤਾਂ ਫਾਇਰ ਪਲੇਸ ਦੀਆਂ ਸੇਵਾਵਾਂ ਲੈਣ ਲਈ ਗੈਸ ਫਾਇਰ ਪਲੇਸ, ਵੁੱਡ ਫਾਇਰ ਪਲੇਸ, ਇਲੈਕਟ੍ਰੀਕਲ ਫਾਇਰ ਪਲੇਸ, ਬਾਰਬੀਕਿਊ ਆਦਿ ਤੁਸੀਂ ਲੈਣੇ ਨੇ ਤਾਂ ਇਹ ਵੈਲ ਪ੍ਰੋਫੈਸ਼ਨਲ ਇਨਸਟਾਲਰ ਇਹਨਾਂ ਦੇ ਆ ਕੇ ਤੁਹਾਡੇ ਘਰ ਦੇ ਨਪੋਲੀਅਨ ਬ੍ਰਾਂਡ ਦੇ ਜਿਹੜੇ ਨੇ ਉਹ ਤੁਸੀਂ ਫਾਇਰ ਪਲੇਸ ਲੈ ਸਕਦੇ ਹੋ। ਹਾਈ ਐਂਡ ਦੀ ਕੰਪਨੀ ਦੁਨੀਆ ਦੇ ਵਿੱਚ ਮੰਨੀ ਜਾਂਦੀ ਹੈ ਤੇ ਇਹ ਉਹਦੇ ਅਥੋਰਾਈਜ਼ਡ ਨੇ। ਇਹਨਾਂ ਨੂੰ ਗੈਸ ਫਿਟਰ ਵੀ ਚਾਹੀਦੇ ਨੇ। ਨੰਬਰ ਟੂ ਕਾਲ 2854 ਡਫਰਨ ਸਟਰੀਟ, ਨਾਰਥ ਯਾਰਕ, 4169007831। ਔਰ ਰੰਗਲਾ ਪੰਜਾਬ ਰੇਡੀਓ ਪਾਉਣ ਦੇ ਵਿੱਚ ਇੱਕ ਵਾਰੀ ਹੋਰ ਦੱਸ ਦਈਏ ਕਿ ਤੁਹਾਡੇ ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿਪ ਪੇਨ, ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਉਸ ਵਾਸਤੇ ਤੁਸੀਂ RG ਵੈਲਨੈਸ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ 1-2 ਸਿਟਿੰਗ ਲੈਣ ਤੋਂ ਬਾਅਦ ਆਪਣੇ ਆਪ ਨੂੰ ਜਿਹੜਾ ਹੈ ਬਹੁਤ ਹਲਕਾ ਫੁਲਕਾ ਮਹਿਸੂਸ ਕਰੋਗੇ। ਭਾਵ ਕਈ ਹੱਦ ਤੱਕ ਤੁਹਾਡੀਆਂ ਜਿਹੜੀਆਂ ਨੇ ਉਹ ਦਰਦਾਂ ਦੂਰ ਹੋ ਜਾਣਗੀਆਂ, ਇਹ ਉਹਨਾਂ ਦਾ ਦਾਅਵਾ ਹੈ। 4168845486 ਤੇ ਕਾਲ ਕੀਤਾ ਜਾ ਸਕਦਾ। ਵੈਲਕਮ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਕਾਲ ਕਦੇ ਕਦੇ ਕਰਦਾ ਨਾ ਚਾਵਲਾ ਸਾਹਿਬ ਆਪ ਜੀ ਨੂੰ। ਮੇਰੇ ਭੱਟੀ ਸਾਹਿਬ ਨੇ 2 ਛੋਟੇ ਸਵਾਲ ਆ। ਇੱਕ ਪਹਿਲਾ ਸਵਾਲ ਹੈ ਕਿ ਜਿੱਦਾਂ ਹੁਣ ਪਿਛਲੇ ਭੱਟੀ ਸਾਹਿਬ ਸਾਰੇ ਜਾਣਦੇ ਹੋ, ਪਿੱਛੇ ਜਦੋਂ ਆਪਣਾ ਦਰਬਾਰ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਸਰਾਮਣੀ ਹੋਈ ਆ, ਪੁਰਾਤਨ ਵਿਰਾਸਤਾਂ ਨਿਕਲੀਆਂ ਚਲੋ ਖੁਦਾਈ ਦੇ ਵੇਲੋਂ, ਤੇ ਕੁਛ ਜਿਹੜੇ ਸਿੱਖ ਜਥੇਬੰਦੀਆਂ ਜਿੱਦਾਂ ਸਦਭਾਵਨਾ ਦਲ ਭਾਈ ਬਡਾਲਾ ਹੋਣਾ ਜੀ ਦਾ ਹੋਰ ਸਿੱਖ ਜਥੇਬੰਦੀਆਂ ਨੇ ਜਾ ਕੇ ਉਹਨਾਂ ਨੂੰ ਰੋਸ ਮੁਜ਼ਾਹਰਾ ਕੀਤਾ ਤਾਂ ਕਿਤੇ ਜਾ ਕੇ ਸ਼੍ਰੋਮਣੀ ਕਮੇਟੀ ਮੰਨੀ ਹੈ ਕਿ ਚਲੋ ਇਹ ਨਹੀਂ ਢਾਂਦੇ। ਉਹਨਾਂ ਨੂੰ ਲਿਖਤੀ ਦਿੱਤਾ ਹੈ ਕਿ ਭੱਟੀ ਸਾਹਿਬ ਕੀ ਸਾਹਮਣੇ ਜਿਹੜਾ ਲਿਖਤੀ ਭਰੋਸਾ ਦਿੱਤਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਉਸ ਤੇ ਪੂਰਾ ਉਤਰੇਗੀ, ਸ਼੍ਰੋਮਣੀ ਕਮੇਟੀ ਪੂਰਾ ਉਤਰੇਗੀ। ਦੂਸਰਾ ਸਵਾਲ ਜਿਹੜਾ ਕੋਈ ਵੀ ਦਾ ਜਵਾਬ ਲੈ ਲਈ ਜੀ। ਪਹਿਲਾਂ ਕਾਰ ਸੇਵਾ ਜਿਹੜੀ ਵੀ ਹੁੰਦੀ ਹੈ ਉਹ ਬਾਬਾ ਭੂਰੀ ਕਸ਼ਮੀਰ ਸਿੰਘ ਭੂਰੀ ਵਾਲੇ ਨੂੰ ਕਿਉਂ ਮਿਲਦੀ ਹੁੰਦੀ ਹੈ? ਹੋਰ ਵੀ ਤੇ ਬਾਬੇ ਹੈਗੇ ਹੀ ਆ। ਉਹ ਗੱਲ ਇਹ ਆ ਨਾ ਜੀ, ਹੁਣ ਤੁਸੀਂ ਭੱਟੀ ਸਾਹਿਬ ਦੱਸਣ ਤੋਂ ਪਹਿਲਾਂ ਇਹ ਨਾ ਇੱਕ ਉਹ ਨਿਕਲਦੇ ਹੁੰਦੇ ਆ ਇਸ਼ਤਿਹਾਰ, ਉਹਦੇ ਵਿੱਚ ਜਿਹੜੀ ਕੋਈ ਕੋਟੇਸ਼ਨ ਭਰਦੇ, ਉਹ ਕੋਟੇਸ਼ਨਾਂ ਤੇ ਡਿਪੈਂਡ ਕਰਦਾ। ਕੋਟੇਸ਼ਨ ਫਿਰ ਬਾਬਾ ਪੂਰੀ ਦੀ ਐਕਸੈਪਟ ਹੁੰਦੀ ਹੈ। ਦੇਖੋ ਜੋਰਾਵਰਾਂ ਦਾ 37 ਵੀ 100 ਇਹ ਪਜਾਵੇ ਆ, ਪਰ ਕਹਿੰਦੇ ਨੇ ਸਾਡੀਆਂ ਉਹ ਪਹੁੰਚਾਂ ਵੀ ਨੇ, ਪਹੁੰਚਾਂ ਵਾਲੀ ਗੱਲ ਵੀ ਹੁੰਦੀ। ਭੱਟੀ ਸਾਹਿਬ ਦੱਸੋ ਸਵਾਲ ਬਸ ਜਿਹੜਾ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਹੈਗੇ ਨਫ਼ਰਤ ਵਾਲੇ ਨਾਰੇ ਲਗਾਉਣ ਦੇ, ਜੰਤਰ ਮੰਤਰ ਲਾ ਕੇ ਕਿ ਹਿੰਦੁਸਤਾਨ ਮੇਰਾ ਨਾ ਉਹ ਆਰਾਮ ਕਹਿਣਾ ਹੋਗਾ, ਇਹ ਹਿੰਦੁਸਤਾਨ ਕਿਹੜੀ ਦਿਸ਼ਾ ਵੱਲ ਜਾ ਰਿਹਾ? ਭੱਟੀ ਸਾਹਿਬ ਕੋਈ ਦੱਸੋਗੇ ਇਹਦੇ ਬਾਰੇ? ਕੁਛ ਹੈ ਕੋਈ ਰੋਕਥਾਮ ਕਿ ਨਹੀਂ? ਜੀ ਮਿਹਰਬਾਨੀ। ਵਾਹਿਗੁਰੂ ਜੀ ਕੀ ਫਤਿਹ। ਤੁਸੀਂ 3 ਸਵਾਲ ਕੀਤੇ ਜੀ, ਤਿੰਨਾਂ ਦਾ ਜਵਾਬ ਲਓ ਵਾਲੇ। ਪਹਿਲੀ ਗੱਲ ਤੁਸੀਂ ਕੀਤੀ ਵਿਰਾਸਤ ਦੀ, ਅਸੀਂ ਅੱਗੇ ਵੀ ਗੱਲ ਕੀਤੀ ਸੀ, ਆਮ ਕਰਦੇ ਤੁਸੀਂ ਸੁਣਦੇ ਹੋ ਰੇਡੀਓ ਤੁਸੀਂ, ਤੇ ਉਹ ਵਿਰਾਸਤ ਨਿਕਲੀ ਜ਼ਰੂਰ ਆ, ਲੇਕਿਨ ਵਿਰਾਸਤ ਬਚੀ ਕਿਵੇਂ ਪਹਿਲਾਂ ਵੇਖੀ ਆ। ਜਦੋਂ ਇਹ ਧਰਮ ਸਿੰਘ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ, ਲੈ ਵੀ ਇਹ ਢਾਹ ਤੇ ਸਾਰਾ ਮਲੀਆ ਮਿਟ ਕਰਕੇ ਤੇ ਪੱਧਰਾ ਕਰਦੇ, ਉਹਨੇ ਜਿਹੜੇ ਆਪਣੇ ਉੱਥੇ ਮਜ਼ਦੂਰ ਲਾਏ ਸੀ, ਉਹਨੇ ਕਿਹਾ ਸੀ ਕਿ ਜਿਹਦੇ ਵਿੱਚੋਂ ਕੋਈ ਇੱਟ ਸਾਬਤ ਨਿਕਲੀ ਉਹ ਢਾਇਓ, ਜਿਹਦੇ ਵਿੱਚੋਂ ਕੋਈ ਸਰੀਆ ਨਿਕਲਦਾ ਤੇ ਢਾ ਦਿਓ। ਜਿਹੜੀ ਇਹ ਵਿਰਾਸਤ ਨਿਕਲਣ ਦੀ ਆਪਾਂ ਗੱਲ ਕਰਦੇ ਆ ਗੁੰਗਾ ਗਿਆਨੀਆਂ ਦਾ,
ਉਹਦੇ ਵਿੱਚ ਨਾ ਤੇ ਇੱਟ ਸਾਬਤ ਹੈਗੀ ਸੀ, ਨਾਲ ਸੀ ਇੱਕ ਛੋਟੀ ਇੱਟ ਹੈਗੀ ਆ ਜਿਹੜੀ ਉਦੋਂ ਕਿਸੇ ਕੰਮ ਨਹੀਂ ਸੀ। ਅੱਜ ਤੇ ਭਾਵੇਂ ਮਹਿੰਗੀ ਵਿਕਦੀ ਹੋ, ਉਦੋਂ ਕਿਸੇ ਕੰਮ ਨਹੀਂ ਸੀਗੀ। ਉਹਦੇ ਵਿੱਚ ਕੋਈ ਸਰੀਆ ਵੀ ਨਹੀਂ ਸੀ ਹੈਗਾ, ਉਹ ਡਾਟ ਸਿਸਟਮ ਬਣਿਆ ਸੀ ਉਹਦਾ। ਇਸ ਕਰਕੇ ਉਹ ਬਾਜੀ ਤੇ ਹੁਣ ਖੁਦਾਈ ਕੀਤੀ ਤੇ ਉਹ ਨਿਕਲ ਆਈ। ਉਹ ਅੱਜ ਵੀ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਦੀ ਪੁੱਟੀ ਸੀਗੀ। ਜਿਹੜੀਆਂ ਜਥੇਬੰਦੀਆਂ ਸੀ ਉਹ ਬੀਬੀ ਜਗੀਰ ਕੌਰ ਨੂੰ ਕਹਿੰਦੇ ਸੀ ਪਹਿਲਾਂ ਆਪਾਂ ਇਹ ਸੰਭਾਲ ਲਈਏ ਤੇ ਫਿਰ ਜਿਹੜੀ ਤੁਸੀਂ ਆ ਬਾਕੀ ਜਿਹੜੇ ਉਹ ਲੈਂਟਰ ਸ਼ੈਂਟਰ ਪਾਏ ਹੋ ਆਪਣੇ ਜਿਹੜੇ ਬਣਾਉਣੇ ਆ, ਜੋੜਾ ਕਰਵਾਉਣਾ, ਗੱਠੀ ਬਣਾਓ, ਤੁਸੀਂ ਕੋਈ ਗੱਲ ਨਹੀਂ ਬਾਅਦ ਚ ਬਣਾਵਾਂਗੇ। ਲੇਕਿਨ ਬੀਬੀ ਜਗੀਰ ਕੌਰ ਅੜੀਅਲ ਜਿਹੜੀ ਹੈ ਉਹਨੇ ਕਿਹਾ ਨਾ ਮੈਂ ਆਪਣੀ ਮਰਜ਼ੀ ਕरूँ। ਉਹ ਮੋਰਚਾ ਮਾਰਚਾ ਵੀ ਲੱਗਾ ਤੇ ਸੈਕਟਰੀ ਨੇ ਫਿਰ ਜਿਹੜਾ ਸੀ ਬਕਾਇਦਾ ਤੌਰ ਤੇ ਅਖਬਾਰ 'ਚ ਬਿਆਨ ਦਿੱਤਾ ਸੀ ਕਿ ਇਹ ਵਿਰਾਸਤ ਜਿਹੜੀ ਆ ਸ਼੍ਰੋਮਣੀ ਕਮੇਟੀ ਸੰਭਾਲੇਗੀ। ਉਹ ਵਿਰਾਸਤ ਸੰਭਾਲ ਲਈ। ਜਿਹੜੀ ਸਾਡੀ ਦੂਜੀ ਵਿਰਾਸਤ ਖਰਾਬ ਕਰਨ ਲੱਗੇ ਸੀ ਉਹਦਾ ਵੀ ਫਿਰ ਸੈਕਟਰੀ ਨੂੰ ਬਿਆਨ ਦੇਣਾ ਪਿਆ ਵੀ ਅਸੀਂ ਬਕਾਇਦਾ ਤੌਰ ਤੇ ਗੁਰੂ ਰਾਮਦਾਸ ਸਰਾਂ ਢਾਉਣ ਤੋਂ ਕੋਈ ਲੈ ਕੇ ਕਮੇਟੀ ਬਣਾ ਦਿੱਤੀ। ਕਮੇਟੀ ਦਾ ਮਤਲਬ ਹੁੰਦਾ ਵੀ ਜੇ ਤੇ ਤੁਸੀਂ ਆਪਣੇ ਹੱਕ 'ਚ ਕੰਮ ਕਰਨਾ ਤੇ ਫਿਰ ਤਗੜੇ ਦੀ ਰਿਪੋਰਟ ਲੈ ਲਓ, ਜੇ ਸਭ ਕੁਝ ਮਿੱਟੀ ਕਰਨਾ ਤੇ ਫਿਰ ਕਮੇਟੀ ਕੰਮ ਕਰਦੀ ਰਹਿੰਦੀ ਹੈ, ਸਾਲ ਦੀ ਕਮੇਟੀ ਕਰ ਲੈਂਦੀ ਹੈ, ਇੱਕ ਆਪੇ ਕੰਮ ਲੱਗਿਆ ਰਹਿੰਦਾ। ਇਸ ਕਰਕੇ ਉਹਨਾਂ ਸੱਪ ਵੀ ਮਾਰਿਆ, ਸੋਟਾ ਵੀ ਕਿਹਾ। ਬੀਬੀ ਜਗੀਰ ਕੌਰ ਨੇ ਕਿਹਾ ਸੀ ਉਹ ਸਰਾਂ ਢਾਹ ਕੇ ਉੱਥੇ ਅਸੀਂ ਵੱਡੀ ਸਰਾਂ ਬਣਾਵਾਂਗੇ, 800 ਰੁਪਇਆ ਅਸੀਂ ਚਾਰਜ ਕਰਾਂਗੇ ਇੱਕ ਕਮਰੇ ਦਾ। ਦੱਸੋ, ਇੱਕੋ ਹੀ ਸਰਾਂ ਹੈਗੀ ਆ ਜਿੱਥੇ ਤੁਹਾਨੂੰ ਫ੍ਰੀ ਕਮਰਾ ਮਿਲ ਸਕਦਾ ਵਾ, ਗੁਰੂ ਰਾਮਦਾਸ ਸਰਾਂ। ਬਾਕੀ ਸਾਰੀਆਂ ਸਰਾਵਾਂ ਦੇ ਵਿੱਚ ਤੁਹਾਨੂੰ 800 ਤੋਂ ਲੈ ਕੇ ਤੇ 1100 ਰੁਪਏ ਜਿਹੜਾ ਵਾ ਉਹ ਪੇ ਕਰਨਾ ਪੈਂਦਾ ਇੱਕ ਨਾਈਟ। ਹੁਣ ਜਿਹੜੀ ਗੱਲ ਤੁਸੀਂ ਦੂਜੀ ਗੱਲ ਕੀਤੀ ਕਸ਼ਮੀਰ ਸਿੰਘ ਭੂਰੀਵਾਲੇ ਨੂੰ ਸੰਬੰਧ ਦੀ, ਜਿਹੜੀ ਗੱਲ ਚਾਵਲਾ ਸਾਹਿਬ ਨੇ ਕੀਤੀ ਕੋਟੇਸ਼ਨ, ਉਹਨਾਂ ਕੋਟੇਸ਼ਨ ਦਾ ਭਾਵ ਇਹ ਆ ਕਿ ਜਿਹੜਾ ਬੰਦਾ ਵੱਡਾ ਟੈਸੀ ਜਾ ਕੇ ਦੇ ਆਉਂਦਾ ਬੀਬੀ ਪ੍ਰਧਾਨ ਨੂੰ ਸਭਾ ਮਿਲ ਜਾਂਦੀ, ਜਾਂ ਵੱਡੇ ਪਿੰਡ ਜਾ ਕੇ ਦੇ ਆਉਂਦਾ, ਵੱਡੇ ਘਰ ਜਾ ਕੇ ਦੇ ਮਿਲ ਜਾਂਦੀ। ਵੱਡੇ ਘਰ ਦੀ ਗੱਲ। ਤੇ ਭੂਰੀਵਾਲੇ ਜਿਹੜੇ ਨੇ ਪਹਿਲਾਂ ਇਹ ਕੱਖ ਨਹੀਂ ਸੀਗੇ। ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਕਾਰ ਸੇਵਾ ਦਿੱਤੀ ਜਾਂਦੀ ਆ ਉਹ ਅੰਮ੍ਰਿਤਧਾਰੀ ਸਿੰਘ ਦਿੱਤੀ ਜਾਂਦੀ ਹੈ। ਇਹ ਅੰਮ੍ਰਿਤਧਾਰੀ ਨਹੀਂ, ਇਹ ਗਾਤਰਾ ਵੀ ਨਹੀਂ ਪਾਉਂਦੇ। ਹੁਣ ਗਾਤਰੇ ਲੋਕਾਂ ਦੇ ਕਹਿਣ ਤੋਂ ਬਾਅਦ, ਰੌਲਾ ਪਾਉਣ ਤੋਂ ਬਾਅਦ ਨਾ ਪਾਏ, ਪਹਿਲਾਂ ਗਾਤਰਾ ਵੀ ਨਹੀਂ ਸੀ ਪਾਉਂਦੇ। ਥੱਲੇ ਇੱਕ ਛੋਟਾ ਜਿਹਾ ਕਿਸਰਾ ਪਾਉਂਦੇ ਤੇ ਉੱਥੇ ਕਾਲੀ ਜਿਹੜੀ ਸੀ ਇਹ ਭੂਰੀ ਜੀ ਪਾਉਂਦੇ ਸੀ, ਹੋਰ ਕੁਛ ਨਹੀਂ ਸੀ ਪਾਉਂਦੇ। ਉਦੋਂ ਸੇਵਾ ਦੇਣੀ ਸ਼ੁਰੂ ਕੀਤੀ ਸੀ, ਬੜਾ ਰੌਲਾ ਸੀ, ਬੜਾ ਪਾਉਂਦੇ ਰਹੇ ਸੀ ਵੀ ਵੇਖੋ ਜੀ ਅੰਮ੍ਰਿਤਧਾਰੀ ਨੂੰ ਦਿੱਤੀ, ਫਿਰ ਉਸ ਤੋਂ ਬਾਅਦ ਉਮੀਦ ਆ ਨੰਬਰ ਛੱਡ ਦਿਓ। ਇਸ ਕਰਕੇ ਉੱਥੇ ਸੇਵਾ ਜਿਹੜੀ ਹੈ ਜਥੇਦਾਰ ਗੁਰਚਰਨ ਸਿੰਘ ਟੌੜਾ ਕਹਿੰਦਾ ਹੁੰਦਾ ਸੀ, ਉਹ ਸਾਦਾ ਜੋ ਸੇਵਾ ਦੇਣੀ ਇੰਨੇ ਪੈਸੇ ਗੋਲਕ ਜਮਾ ਕਰਾ ਦੇ ਸੇਵਾ ਦੇ ਦਿਆਂਗੇ। ਇੱਥੇ ਗੋਲਕ ਨਹੀਂ ਹੁੰਦੇ, ਇੱਥੇ ਕਿਸੇ ਜਾ ਕੇ ਘਰ ਜਮਾ ਹੋ ਜਾਂਦੇ ਆ। ਇਹਦਾ ਮਤਲਬ ਫਿਰ ਗੁਰਚਰਨ ਸਿੰਘ ਟੌੜਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਜੀ ਉਹਨੂੰ ਆਪਾਂ ਪੰਥ ਰਤਨ ਕਹਿੰਦੇ ਆ, ਕਾਹਦਾ ਪੰਥ ਰਤਨ ਯਾਰ, ਕਈਆਂ ਨੂੰ ਗਿੱਟੇ ਗੋਡੇ ਲੱਗਣੀ ਆ। ਉਹ ਸਾਦਾ ਉਸ ਵਕਤ ਦੇ ਸਾਧ ਥੋੜੇ ਬਹੁਤੇ ਸਹੀ ਵੀ ਸੀਗੇ। ਉਸ ਵਕਤ ਇੰਨੀ ਚਿੱਟੀ ਸਿਉਂਕ ਨਹੀਂ ਸੀ। ਸਿਉਂਕ ਵੀ ਦੋ ਤਿੰਨ ਤਰ੍ਹਾਂ ਦੀ ਹੈ, ਭੂਰੀ ਜੀ ਵੀ ਹੈਗੀ ਹੈ, ਚਿੱਟੀ ਜੀ ਵੀ ਹੈਗੀ ਹੈ, ਜਿਹੜੀ ਕੌਮ ਨੂੰ ਅੰਦਰੋਂ ਅੰਦਰ ਹੀ ਖੋਖਲਾ ਕਰ ਰਹੀ ਹੈ। ਵੀ ਕਾਹਦਾ ਟੌੜਾ ਸਾਹਿਬ ਦਾ ਐਡਾ ਵੱਡਾ ਉਹੀ ਕਾਦਾ ਕਿ ਉਹ ਸਾਧ ਹੁੰਦਾ ਸੁਧਰੇ ਦਾ ਸਾਡਾ ਵੀ ਗੱਲ ਗਲਤ ਸੀ ਨਾ ਜਾ ਕੇ। ਨਹੀਂ ਤਾਂ ਫਿਰ ਸ਼ੁਰੂਆਤ ਹੀ ਗਲਤ ਕੀਤੀ ਨਾ। ਕਿਉਂ ਬੜਾ ਜਗਮਿੰਦੇ ਨਹੀਂ, ਜੇ ਸੇਵਾ ਦੇਣੀ ਦਿਓ, ਨਹੀਂ ਨਾ ਸੀ ਕੋਈ ਗੱਲ ਨਹੀਂ, ਉਸ ਕੰਮ ਕਰ ਲਾਂਗੇ। ਜੇ ਟੌੜਾ ਸਾਹਿਬ ਨੇ ਆਪਣੇ ਰਾਜ ਦੇ ਵਿੱਚ ਉਹਨਾਂ ਕੋਲ ਪੈਸੇ ਲੈ ਕੇ ਇਹ ਗੁਰਦੁਆਰਾ ਦੀ ਗੋਲਕ ਦੇ ਵਿੱਚ ਪੈਸੇ ਪਵਾ ਕੇ ਸੇਵਾ ਦਿੱਤੀ, ਇਹਦਾ ਮਤਲਬ ਉਹਨੂੰ ਪਤਾ ਸੀ ਵੀ ਇਹ ਠੱਗ ਮਹਿਕਮਾ ਇਹਨਾਂ ਨੇ ਜ਼ਿਆਦਾ ਕਮਾਉਣੇ ਆ। ਬਿਲਕੁਲ ਸਹੀ ਗੱਲ, ਸਿੱਧੀ ਜੀ ਗੱਲ ਹੈ ਨਾ। ਫਿਰ ਇਹਦਾ ਮਤਲਬ ਉਹ ਅਸੀਂ ਪੰਥ ਰਤਨ ਦੇ ਦਿੱਤਾ ਜੀ। ਟੌੜਾ ਸਾਹਿਬ ਬੜੇ ਬੇਦਾਗ ਸੀ, ਉਹ ਆਦਿ ਸੰਦੈਟ, ਚਲੋ ਨਹੀਂ ਘਰ ਬਣਾਇਆ ਹੋਊਗਾ, ਪਰ ਪਤਾ ਸੀ ਵੀ ਇਹਨਾਂ ਨੇ ਇਹ ਗੁਰੂ ਘਰ ਦੀ ਇਸ ਸੇਵਾ ਦੇ ਅੰਦਰ ਲੁੱਟਣਾ ਲੋਕਾਂ ਨੂੰ, ਤੇ ਗੋਲਕ ਦੇ ਵਿੱਚ ਇਹਨਾਂ ਕੋਲ ਪੈਸੇ ਪਵਾ ਕੇ ਤੇ ਮਤਲਬ ਫਿਰ ਉਹ ਤਾਂ ਫਿਰ ਹੁਣ ਕੀ ਕਹਾਂ, ਮੇਰੇ ਮੂੰਹ ਚ ਬਹੁਤ ਕੌੜਾ ਲਫ਼ਜ਼ ਨਿਕਲ ਜਾਂਦਾ। ਫਿਰ ਕਾਹਦੀ ਦੂਰ ਅੰਦੇਸ਼ੀ ਯਾਰ, ਛੱਡੋ ਆਪਾਂ ਅੱਗੇ ਆਉਂਦੇ ਆ। ਸਿਉਂਕ ਨੇ ਖੋਖਲਾ ਕਰ ਛੱਡਿਆ ਜੀ। ਹਾਂਜੀ, ਜੇ ਦਿੱਲੀ ਦੀ ਗੱਲ ਕੀਤੀ ਜੀ, ਜਿਹੜੇ ਦਿੱਲੀ ਦੀ ਨਾਅਰੇ ਦੀ ਤੁਸੀਂ ਗੱਲ ਕੀਤੀ ਵੀਰ ਜੀ, ਉਹ ਠੀਕ ਗੱਲ ਆ। ਉਹਨਾਂ ਨੇ ਆਪਣੇ ਸਨਾਤਨ ਧਰਮ ਦੇ ਅਨੁਸਾਰ ਜਿਹੜਾ ਵਾ ਕੌਂਸਟੀਟਿਊਸ਼ਨ ਤਬਦੀਲ ਕਰਨਾ ਵਾ। 200 ਜਿਹੜੀਆਂ 22 ਧਾਰਾਵਾਂ ਬਾਰੇ ਉਹਨਾਂ ਨੇ ਗੱਲ ਕਹੀ ਆ ਵੀ ਇਹ ਸਨਾਤਨ ਧਰਮ ਦੇ ਅਨੁਕੂਲ ਨਹੀਂ। ਇਹਦੇ ਵਿੱਚ ਤੁਹਾਨੂੰ ਅਸੀਂ ਦਿੰਦੇ ਆ ਵੀ ਇਹ ਐਡ ਕਰੋ, ਇਹ ਖਤਮ ਕਰੋ। ਦੱਸੋ, ਉਹ ਖਤਮ ਕਰਨ ਦਾ ਮਤਲਬ ਜਿਹੜਾ ਸੈਕੂਲਰ ਸਿਸਟਮ ਸਾਡਾ ਉਹ ਖਤਮ ਕੀਤਾ ਜਾਵੇ ਤੇ ਜਿਹੜਾ ਹਿੰਦੂਇਜ਼ਮ ਆ ਉਹਨੂੰ ਲਾਗੂ ਕੀਤਾ ਜਾਵੇ। ਹੁਣ ਵੇਖੋ, ਪਹਿਲੀ ਵਾਰੀ ਹੋਇਆ ਵਾ ਕਿਉਂਕਿ ਉਹਨਾਂ ਨੂੰ ਪਤਾ ਸੀ ਮੁਸਲਮਾਨ ਭੜਕਣਗੇ, ਮਾਈਨੋਰਟੀ ਭੜਕੇਗੀ ਤੇ ਦਲਿਤ ਭੜਕਣਗੇ, ਇਲੈਕਸ਼ਨ ਸਿਰ ਤੇ ਆ।
ਉਹਨਾਂ ਨੂੰ ਬਕਾਇਦਾ ਤੌਰ ਤੇ ਜੇਲ੍ਹ ਭੇਜ ਦਿੱਤਾ ਗਿਆ ਤੇ ਜੇਲ੍ਹ ਤੋਂ ਬਾਅਦ ਦੂਜੀ ਜ਼ਮਾਨਤ ਵੀ ਮਿਲ ਗਈ। 295 353 ਦੀ ਜੇ ਜ਼ਮਾਨਤ ਮਿਲ ਗਈ ਆ ਤੇ ਮਹੁਆ ਮੋਤਰਾ ਜਿਹੜੀ TMC ਦੀ ਜਿਹੜੀ MP ਆ ਉਹਨੇ ਟਿੱਪਣੀ ਕੀਤੀ ਉਹਦੇ ਉੱਤੇ ਤੇ ਵੇਖੋ ਜੀ ਆਮ ਬੰਦਾ ਹੋਵੇ ਤੇ 6 ਮਹੀਨੇ ਜ਼ਮਾਨਤ ਨਹੀਂ ਮਿਲਦੀ, ਇਹਨਾਂ ਨੂੰ ਜ਼ਮਾਨਤ ਕਿਵੇਂ ਮਿਲ ਗਈ? ਇਹ ਵੀ ਸਪਸ਼ਟ ਕਰੇ ਸਰਕਾਰ, ਸਮਝਿਆ ਕੋਰਟ ਸਪਸ਼ਟ ਕਰੇ। ਹੁਣ ਉਹ ਚਾਹੁੰਦੇ ਆ ਵੀ ਅੰਬੇਦਕਰ ਨੂੰ ਛੱਡ ਕੇ ਜਿਹੜੀ ਇਹਨਾਂ ਦੀ ਗੀਤਾ ਵਾ ਗੀਤਾ ਦੇ ਮੁਤਾਬਕ ਸੁਧਾਰ ਨੂੰ ਢਾਲਣਾ ਚਾਹੁੰਦੇ ਆ ਤੇ ਜੇ ਕਿਤੇ ਇੱਕ ਜਾਂ ਦੂਜੀ ਵਾਰੀ ਬਣ ਕੇ ਹੋਰ ਤੇ ਉਹ ਬਣਾ ਦੇਣਾ ਉਹਨਾਂ ਨੇ। ਉਹਦੇ ਵਿੱਚ ਤੁਹਾਨੂੰ ਜਿਹੜਾ MS ਗੋਲਵਾਕਰ ਆ ਉਹਨੇ ਇੱਕ ਬੰਚ ਆਫ ਥਾਟਸ ਕਿਤਾਬ ਲਿਖੀ ਹੈ। ਬੰਚ ਆਫ ਥਾਟਸ ਦੇ ਵਿੱਚ ਉਹ ਕੀ ਕਹਿੰਦਾ ਵਾ, ਉਹਨੂੰ ਇਹ ਆਪਣਾ ਗੁਰੂ ਮੰਨਦੇ ਆ BJP ਵਾਲੇ, RSS ਵਾਲੇ, ਜੋ ਉਹ ਕਹਿੰਦਾ ਰਿਹਾ ਉਹ ਲਾਗੂ ਕਰਨਾ ਚਾਹੁੰਦੇ ਆ। ਉਹ ਬਕਾਇਦਾ ਤੌਰ ਤੇ ਕਹਿੰਦਾ ਵੀ ਜਿਹੜਾ ਹਿੰਦੁਸਤਾਨ ਹੋਊਗਾ ਉਹਦੇ ਵਿੱਚ ਹਿੰਦੂ ਰਹਿ ਸਕਣਗੇ, ਸਿੱਖ ਰਹਿ ਸਕਣਗੇ, ਜੈਨੀ ਹੋਣਗੇ, ਬੋਧੀ ਹੋਣਗੇ, ਈਸਾਈ ਹੋਣਗੇ, ਬਾਕੀ ਕੋਈ ਨਹੀਂ ਰਹਿ ਸਕਣਗੇ। ਸਿੱਖ ਕਿਉਂ ਰਹਿ ਸਕਣਗੇ ਕਿ ਇਹ ਸਾਡੇ ਕੇਸਾਧਾਰੀ ਹਿੰਦੂ। ਮੁਸਲਮਾਨਾਂ ਜੇ ਰਹਿਣਾ ਇੱਥੇ ਉਹਨਾਂ ਨੂੰ 2 ਨੰਬਰ ਦੇ ਸ਼ਹਿਰੀ ਬਣ ਕੇ ਰਹਿਣਾ ਪਊ। ਉਹ ਬੰਚ ਆਫ ਥਾਟ ਜਿਹੜਾ ਵਾ ਉਹ ਪਟਾਕੇ ਨੂੰ ਬੋਲਦੀ, ਇਹ ਗੱਲਾਂ ਨਹੀਂ ਮੇਰੇ ਖਤਮ ਕਰ ਰਿਹਾ। ਇਸੇ ਕਰਕੇ ਉਹਨਾਂ ਨੇ ਇਹ ਨਾਅਰੇ ਲਾਏ, ਨਾਅਰੇ ਲਾ ਕੇ ਜਿਹੜਾ ਅਸੀਂ ਜਿਹੜੀ ਮੁਸਲਮਾਨਾਂ ਤੇ ਟਿੱਪਣੀ ਕੀਤੀ ਤੇ ਮਜਬੂਰੀ ਬਣ ਗਈ ਸਰਕਾਰ ਦੀ ਮੁਕੱਦਮਾ ਦਰਜ ਕਰਦੀ, ਭਾਵੇਂ ਬਿਲ ਦੇ ਜਮਾਤ ਹੋ ਗਈ ਉਹਨਾਂ ਜੀ। ਹੁਣ ਤੁਸੀਂ ਵੇਖੋ ਰਾਜ ਸਭਾ ਦੇ ਵਿੱਚ, ਚਲੋ ਅਸੀਂ ਮੰਨਦੇ ਵੀ ਇੱਕ ਸੁਲਝੇ ਹੋਏ ਵਿਅਕਤੀ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੂੰ ਬੈਂਚ ਤੇ ਚੜ੍ਹ ਕੇ ਜਿਹੜਾ ਫਾਈਲ ਸੀ ਉਹ ਚੇਅਰਮੈਨ ਨਾਲ ਨਹੀਂ ਸੁੱਟਣੀ ਚਾਹੀਦੀ, ਸੁੱਟ ਦਿੱਤੀ ਉਹਨਾਂ ਨੇ। ਉਹਨੂੰ ਕੰਡੈਮ ਕੌਣ ਕਰ ਰਿਹਾ ਵਾ? ਅਨੁਰਾਗ ਠਾਕੁਰ। ਕਿਹੜਾ ਅਨੁਰਾਗ ਠਾਕੁਰ? ਜਿਹੜਾ ਆਂਦਾ ਸੀ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ। ਉਹਨੂੰ ਕਹੇ ਭਾਈ ਪਹਿਲਾਂ ਆਪਣੀ ਜਦੋਂ ਸੁੱਟਿਆ ਫਿਰ ਆਪਣਾ ਸਪਸ਼ਟੀਕਰਨ ਦੀ ਗੱਲ ਤੂੰ ਕਹੀ ਕਿਉਂ ਕਹੀ ਸੀ ਤੂੰ? ਬਿਲਕੁਲ ਤੂੰ ਦੂਜੇ ਦੀ ਟਿੱਪਣੀ ਕਰਦਾ ਫਿਰਦਾ। ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ। ਚੇਅਰਮੈਨ ਨੇ ਕਹਿਤਾ ਜੀ ਵੇਖੋ ਜੀ ਜਿਹੜੀ ਵਿਰੋਧੀ ਧਿਰ ਹੈ ਇਹਨੂੰ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਨਹੀਂ ਕਰਨਾ ਚਾਹੀਦਾ, ਲੇਕਿਨ ਉੱਤੇ ਟਿੱਪਣੀ ਜਿਹੜਾ ਕਰਦਾ ਬੰਦਾ ਪਹਿਲਾਂ ਉਹਨੂੰ ਪੁੱਛੋ ਨੇ ਕੀ ਕੀਤਾ ਸੀ, ਉੱਤੇ ਕਾਰਵਾਈ ਤਕਨੀਕ ਤੇ ਕਹੀ। ਬਿਲਕੁਲ ਜੀ। ਚਲੋ ਸਵੇਰੇ ਮਿਲਦੇ ਆ ਪੱਟੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।